ਐਸਪਰਾਂਟੋ ਕੀ ਹੈਗੀ ਹੈ ਜੀ? एक कॉमन लैंग्वेज ही बढ़ाई गई सी कि दुनिया की सारी कौमां दी अपनी अपनी जबानां ने पर एक कॉमन जबान होनी चाहिए लोगों के दरमियान विच अच्छा। जिहड़ी किसी नूं बिलोंग ना करदी होवे बट दैट लैंग्वेज शुड बिलोंग एवरीबॉडी। तो वो मैं एस्परांटो अलामा मुस्तफा बासी से साडे मरी दे रहण वाले एक अल्लाह बख्शे वो बहुत बीबे इंसान सन टीचर सन मसियाड़ी दे रहण वाले सी जी। वो जेल च आए ਸਾਡੇ ਇੱਕ ਹਾਫਿਜ਼ ਸਫਦਰ मोहम्मद ਜੰਗ ਸਾਹਿਬ ਸਨ ਉਹਨਾਂ ਦੇ ਟੀਚਰਸ ਸੀ ਉੱਥੇ ਮਰੀ 'ਚ ਉਹ ਵੀ ਅਤੇ ਇਸ ਤਰ੍ਹਾਂ ਸਾਡੇ ਫਿਰ ਮਲੰਗ ਖਾਨੇ ਦੇ ਵਿੱਚ ਉਹਨਾਂ ਨੇ ਐਸਪਰਾਂਟੋ ਦੀਆਂ ਕਲਾਸਾਂ ਸਟਾਰਟ ਕੀਤੀਆਂ। ਸੋ ਆਈ ਵਾਜ਼ ਦਾ ਫਸਟ ਸਟੂਡੈਂਟ ਕਹਿ ਲਓ ਉਹਨਾਂ 'ਚੋਂ ਚੰਦ ਜਿਹੜੇ 6-7 ਬੰਦੇ ਸੀ। ਫਿਰ ਮੈਂ ਮਰੀ ਉਹਨਾਂ ਕੋਲ ਗਿਆ ਸਿੱਖਣ ਲਈ ਇਹ ਜ਼ੁਬਾਨ ਜਿਹੜੀ ਹੈ। ਅੱਛਾ। ਸਖਤ ਸਰਦੀਆਂ ਦੇ ਵਿੱਚ ਟੈਂਪਰੇਚਰ ਦਸੰਬਰ ਦੇ ਮਹੀਨੇ ਜਾਣਾ ਮਰੀ 'ਚ ਰਹਿਣਾ ਜਾ ਕੇ ਇੱਕ ਮਾੜੇ ਜਿਹੇ ਉਹਦੇ ਬੇਸਿਸ ਤੇ ਫਿਰ ਫਿਰ ਮੈਂ ਟਰੈਵਲਿੰਗ ਕਰਦਾ ਰਿਹਾ। ਹਾਂਜੀ, ਚਾਈਨਾ ਜਾਂ ਤੁਸੀਂ ਆਪਣੇ ਤੌਰ ਤੇ ਚਾਈਨਾ ਗਏ? ਇੱਥੇ ਪਹਿਲਾਂ ਤਾਂ ਮੈਨੂੰ ਹੈ ਕਿ ਮੈਨੂੰ ਮੁਖਤਦਰ ਕੌਮੀ ਜ਼ਬਾਨ 'ਚ ਡਾਕਟਰ ਵਹੀਦ ਕੁਰੈਸ਼ੀ ਸਾਹਿਬ ਨੇ 2 ਕਿਤਾਬਾਂ ਮੇਰੇ ਕੋਲ ਹੋਈਆਂ। ਇੱਕ ਐਸਪਰਾਂਤੋ ਉਰਦੂ ਡਿਕਸ਼ਨਰੀ ਖਾਸੀ ਮੋਟੀ 350 ਸਫ਼ੇ ਦੀ ਉਹ ਮੈਂ ਲਿਖੀ ਉਹਨਾਂ ਦਿਨਾਂ 'ਚ। ਓਹ ਅੱਛਾ ਅੱਛਾ। ਸ਼ਾਦੀ ਮੇਰੀ ਹੋਈ ਸੀ, ਮੇਰੀ ਮਰੀ 'ਚ ਪੋਸਟਿੰਗ ਸੀ ਲੇਕਿਨ ਮਰੀ ਤੋਂ ਮੈਂ ਪਿੰਡੀ ਆ ਚੁੱਕਿਆ ਸੀ। ਲੇਕਿਨ ਇਹ ਮੈਂ ਕਿਤਾਬਾਂ 2 ਉੱਥੇ ਲਿਖੀਆਂ ਸੀ ਜਿਹੜੀਆਂ ਨਾ ਮਰੀ ਐਸਪਰਾਂਤੋ ਖੁਦ ਸਿੱਖੀ ਹੈ ਔਰ ਐਸਪਰਾਂਤੋ ਉਰਦੂ ਡਿਕਸ਼ਨਰੀ। ਇਹ ਮੁਖਤਦਰ ਕੌਮੀ ਜ਼ਬਾਨ ਜਿਹੜਾ ਨਵਾਂ ਹੁਣ ਫਰੋਗ ਜ਼ਬਾਨ ਪਾਕਿਸਤਾਨ ਦਾ ਨਾਂ ਹੈਗਾ ਇਦਾਰਾ ਇਹ ਇਹਨਾਂ ਨੇ ਮੇਰੀ 2 ਕਿਤਾਬਾਂ ਛਾਪੀਆਂ ਸੀ ਉਦੋਂ। ਅੱਛਾ। ਔਰ ਬਾਅਦ 'ਚ ਸੁਣਿਆ ਕਿ ਡਾਕਟਰ ਕੁਰੈਸ਼ੀ ਸਾਹਿਬ ਦੀ ਪੁੱਛ-ਗੁੱਛ ਵੀ ਹੋ ਗਈ ਕਿ ਤੁਸੀਂ ਇਹ ਕੀ ਐਸਪਰਾਂਟੋ ਛਾਪ ਰਹੇ ਹੋ, ਇਹ ਕਿਹੜਾ ਫਰੋਗ ਜ਼ਬਾਨ ਹੈ? ਤਾਂ ਉਹਨੇ ਕਿਹਾ ਯਾਰ ਇਹ ਉਰਦੂ ਦੀ ਡਿਕਸ਼ਨਰੀ ਪੜ੍ਹਾਈ ਉਹਨਾਂ ਨੇ ਅਤੇ ਨਾਲ ਇਹਨੇ ਐਸਪਰਾਂਤੋ ਖੁਦ ਸਿੱਖੀ ਹੈ ਜ਼ਬਾਨ ਦੀ ਕੀਤੀ ਹੈ ਖਿਦਮਤ। ਉਹ ਮੈਨੂੰ ਪੈਸੇ ਦਿੱਤੇ ਉਹਨਾਂ 12,000 ਰੁਪਏ 2 ਕਿਤਾਬਾਂ ਦੇ 6,000 ਰੁਪਇਆ। ਉਹ 12,000 ਰੁਪਇਆ ਉੱਥੇ ਕਾਨਫਰੰਸ ਹੋ ਰਹੀ ਸੀ ਚਾਈਨਾ ਵਿੱਚ ਐਸਪਰਾਂਟੋ ਦੀ ਅਤੇ ਘਰ ਵਿੱਚ ਮੈਨੂੰ ਬੀਵੀ ਜਾਂ ਮਾਂ ਬਾਪ ਸਾਰੇ ਵਾਲਦ ਸਾਹਿਬ ਵਾਲਦਾ ਉਹ ਤਾਂ ਪਰੇਸ਼ਾਨ ਸੀ ਕਿ ਕੀ ਕਰ ਰਿਹਾ ਇਹ ਪੈਸੇ ਆ ਰਹੇ ਨੇ 12,000 ਰੁਪਏ ਬੜੀ ਰਕਮ ਹੁੰਦੀ ਸੀ ਉਦੋਂ ਜੀ। ਜਿਹੜਾ ਬੰਦਾ 700-800 ਜਾਂ 1000 ਰੁਪਏ ਤਨਖਾਹ ਲੈ ਰਿਹਾ ਕਾਲਜ ਵਿੱਚੋਂ ਹੁਣ 12,000 ਇਕੱਠਾ ਮਿਲ ਜਾਵੇ। ਮੈਂ ਕਿਹਾ ਨਹੀਂ ਇਹ ਪੰਜਾਬੀ 'ਚ ਇੱਕ ਮੁਹਾਵਰਾ ਹੈਗਾ ਕਿ ਖੂਹ ਦੀ ਮਿੱਟੀ ਖੂਹ ਨਾਲ ਕਿ ਖੂਹ 'ਚੋਂ ਤੁਸੀਂ ਮਿੱਟੀ ਕੱਢਦੇ ਹੋ ਬਾਹਰ ਦਾ। ਤਾਂ ਮੈਂ ਕਿਹਾ ਇਹ ਐਸਪਰਾਂਟੋ 'ਚ ਮੈਂ ਕਮਾਈ ਕੀਤੀ ਹੈ ਅਤੇ ਚੰਨੇ ਬਾਹਰੋਂ ਉੱਥੇ ਹੀ ਮੈਂ ਹਾਂ ਐਗਜ਼ੈਕਟਲੀ ਉਹ ਮੈਂ ਟਿਕਟ ਲਿਆ 12,000 ਦਾ ਟਿਕਟ ਆਇਆ ਸੀ। ਮੇਰੇ ਦੋਸਤ ਹੀ ਅੱਲਾਹ ਬਖਸ਼ੇ ਫੌਤ ਹੋ ਗਏ ਰੀਸੈਂਟਲੀ ਫੌਤ ਹੋਏ ਨੇ ਡਾਕਟਰ ਤਾਰਿਕ ਮਿਰਜ਼ਾ ਜਨਰਲ ਅਰਸ਼ਦ ਮਿਰਜ਼ਾ ਸਾਹਿਬ ਜਨਰਲ ਅਰਸ਼ਦ ਮਿਰਜ਼ਾ ਉਹਨਾਂ ਦੇ ਦਾਮਾਦ ਰਿਸ਼ਤੇਦਾਰ ਵੀ ਨੇ ਉਹਨਾਂ ਦੇ। ਇਹ ਤੁਹਾਡੇ ਉੱਧਰ ਦੇ ਨਕੋਦਰ ਤੋਂ ਆਏ ਸੀ ਜਲੰਧਰ ਤੋਂ ਜਿਹੜਾ ਮਿਰਜ਼ਾ ਫੈਮਿਲੀ ਹੈ ਨਾ ਦੇ ਆਰ ਫਰਮ ਬੇਸਿਕਲੀ ਨਕੋਦਰ ਜਲੰਧਰ। ਅੱਛਾ। ਤਾਂ ਖੈਰ ਅਬਦੁਲ ਵੀਰ ਖਾਨ ਸਾਹਿਬ ਬੜੇ ਮਸ਼ਹੂਰ ਸੀ ਮੁਸਲਿਮ ਲੀਗ ਦੇ ਬੰਦੇ ਉੱਥੇ। ਉਹ ਤਾਰਿਕ ਮਿਰਜ਼ਾ ਸਾਹਿਬ ਉਹਨਾਂ ਦੀ ਬੇਗਮ ਭਾਬੀ ਸਾਡੇ ਮਤਲਬ ਬਾਜੀ ਨਾਲ ਛੋਟਾ ਬੱਚਾ ਉਹ ਅਤੇ ਮੈਂ ਅਸੀਂ ਫਿਰ ਚਾਰਾਂ ਨੇ ਇੱਥੋਂ ਇਸਲਾਮਾਬਾਦ ਤੋਂ ਫਲਾਈ ਕੀਤਾ ਔਰ 12,000 ਦਾ ਟਿਕਟ ਆਇਆ ਸੀ ਟੋਟਲ 12,000 ਦਾ। ਇਸਲਾਮਾਬਾਦ ਤੋਂ ਫਿਰ ਤੋਂ ਫਲਾਈਟ ਬੀਜਿੰਗ ਜਾਂਦੀ ਸੀ ਡਾਇਰੈਕਟ ਫਲਾਈਟ ਹੈਵੀ ਆਪਣੇ PIE ਦੀ ਫਲਾਈਟ ਸੀ ਸ਼ਾਇਦ PIE ਦੀ ਫਲਾਈਟ ਅਤੇ ਇਹ ਮੈਂ ਬੀਜਿੰਗ ਚਲਾ ਗਿਆ ਉਦੋਂ। ਇਹ ਮੈਂ ਹੁਣ 86 ਦੀ ਗੱਲ ਕਰ ਰਿਹਾ। ਉਹ ਮੇਰੇ ਵਾਸਤੇ ਇੱਕ ਦੁਨੀਆ ਦੀ ਬਿਲਕੁਲ ਨਵਾਂ ਐਕਸਪੋਜ਼ਰ ਸੀ। ਉਹ ਤੇ ਸੀਗਾ ਉਹ ਮਾਓ ਵਾਲਾ ਚਾਈਨਾ ਸੀ ਜੀ ਆਲਮੋਸਟ ਮਾਲ ਹੈ ਉਦੋਂ ਲੋਕਾਂ ਦੇ ਬਹੁਤ ਹੀ ਗੁਰਬਤ ਸਾਈਕਲਾਂ ਤੇ ਸਾਰਾ ਸਾਈਕਲ ਪੂਰਾ ਦਾ ਪੂਰਾ ਸਮੁੰਦਰ ਜਾ ਰਿਹਾ ਸਾਈਕਲ ਰੋਡ ਤੇ ਜਾ ਰਿਹਾ ਹੈ ਔਰ ਯੂਨੀਵਰਸਿਟੀ ਦੇ ਬੱਚੇ ਬੱਚੀਆਂ ਸਾਦਾ ਜਿਹੇ ਲੋਕ ਹੁੰਦੇ ਸੀ ਇੱਕ ਦੋ ਜੋੜਾ ਔਰ ਈਵਨ ਜੇ ਜਰਾਬਾਂ ਪਾਈਆਂ ਕਿਸੇ ਨੇ ਇੱਕ ਜਰਾਬ ਜਿਹੜੀ ਆ ਉਹ ਪਿੰਕ ਕਲਰ ਦੀ ਆ ਦੂਜੀ ਜਰਾਬ ਨੀਲੇ ਰੰਗ ਦੀ ਹੈ ਐਸਾ ਕਰਕੇ ਉਹ ਕੋਈ ਇੰਨਾ ਨਹੀਂ ਸੀ। ਜੀ ਬਹੁਤ ਸਾਦੀ ਕਿਸਮ ਅਸੀਂ ਬਹੁਤ ਕਾਂਸ਼ੀਅਸ ਹੈਗੇ ਆ ਦੁਨੀਆ ਇੰਨੀ ਕਾਂਸ਼ੀਅਸ ਨਹੀਂ ਹੈਗੀ। ਫਿਰ ਤੁਸੀਂ ਉੱਥੇ 21 ਦਿਨ ਕੀ ਕੀਤਾ? 22 ਦਿਨ ਮੈਂ 7 ਦਿਨ ਕਾਨਫਰੰਸ ਸੀ ਐਸਪਰਾਂਟੋ ਦੀ ਉਹਦੇ 'ਚ ਮੈਂ ਹਿੱਸਾ ਲਿਆ ਇਹਦੇ ਔਰ ਮੈਨੂੰ ਅਜੇ ਤੱਕ ਇੱਕ ਵਾਕਿਆ ਬੜਾ ਸੋਹਣਾ ਯਾਦ ਹੈ ਕਿ ਜਿਹੜਾ ਉੱਥੇ ਦਾ ਮੇਨ ਹਾਲ ਹੈਗਾ ਜਿਹੜਾ ਕੀ ਨਾਮ ਬੀਜਿੰਗ ਸ਼ਹਿਰ ਦੇ ਵਿੱਚ ਨਾ ਉੱਥੇ ਕੋਈ ਦੁਨੀਆ ਪੂਰੀ ਦੇ ਮੁਲਕਾਂ ਤੋਂ ਆਏ ਸੀ। ਟਿਆਨਨਮਨ ਸਕੁਅਰ ਜਿਹੜਾ ਨਾ ਉੱਥੇ ਹੀ ਉਹ ਹਾਲ ਹੈ। ਹਾਂਜੀ ਹਾਂ ਹਾਲ ਹੈ। ਉਹਦੇ 'ਚ ਸੀ ਸਾਡੀ ਨਾ ਇੱਕ ਗੈਦਰਿੰਗ ਸੀ ਅਤੇ ਦੁਨੀਆ ਦੇ ਕੋਈ 103 ਮੁਲਕਾਂ ਤੋਂ ਐਸਪਰਾਂਟੋ ਦਾਨ ਆਏ ਸੀ ਪੂਰੀ ਆਲ ਓਵਰ ਦਾ ਵਰਲਡ 3,000 ਦੇ ਕਰੀਬ ਇਕੱਠਾ ਹੋਇਆ ਸੀ ਜਿਹੜਾ ਅਸੀਂ ਇੱਕ ਜ਼ਬਾਨ ਬੋਲਦੇ ਸੀ। ਮਤਲਬ ਮੇਰੇ ਵਾਸਤੇ ਇਹ ਹੈਰਾਨਕੁਨ ਗੱਲ ਸੀ ਕਿ ਬੰਦਾ ਚਾਹੇ ਉਹ ਕਿਊਬਾ ਦਾ ਹੈ ਜਾਂ ਬੰਦਾ ਜਾਪਾਨ ਦਾ ਹੈ ਕੋਰੀਆ ਦਾ ਹੈ ਅਸੀਂ ਸਾਰੇ ਐਸਪਰਾਂਟੋ ਬੋਲ ਰਹੇ ਹੁੰਦੇ ਸੀ ਆਪਸ ਵਿੱਚ ਕਿ ਸਿੰਯੋਰੋ ਕੀਲੀ ਫਾਰਤਾਸ ਦੇ ਕੀਏਵੀ ਵੇਨਿਸ ਐਸਪਰਾਂਟੋ ਅਸੀਂ ਗੱਲਬਾਤ ਵਿਸ਼ਾ ਕਰ ਰਹੇ ਹੁੰਦੇ ਸੀ। ਅਤੇ ਐਸਾ ਕਰਕੇ ਮੈਂ ਫਿਰ ਉਹਨਾਂ ਮੇਰੇ ਵਾਸਤੇ ਐਕਸਪੋਜ਼ਰ ਵੀ ਸੀ। ਤਾਰਿਕ ਮਿਰਜ਼ਾ ਸਾਹਿਬ ਚਾਰੇ ਉਹਨਾਂ ਐਸਪਰਾਂਟੋ ਦੀ ਨਹੀਂ ਸੀ ਹੁੰਦੀ ਲੇਕਿਨ ਇਹ ਕਿ ਨਾਲ ਉਹ ਫਿਰ ਉਹ ਚੱਲ ਕੇ ਰਹਿ ਕੇ ਥੋੜ੍ਹਾ ਜਿਹਾ ਕੋਈ ਗੱਲਬਾਤ ਕੋਈ 2 ਲਫ਼ਜ਼ 1 ਲਫ਼ਜ਼ ਜਿਸ ਤਰ੍ਹਾਂ ਬੰਦਾ ਕਰ ਲੈਂਦਾ ਉਹ ਸਿੱਖ ਲੈਂਦੇ ਸੀ ਲੇਕਿਨ ਰੇਦੀ ਸਿਦੇਸ਼ੀ ਬੋਲ ਲੈਂਦੇ ਸੀ। ਅਤੇ ਇਹ ਬਾਅਦ 'ਚ ਉੱਧਰ ਚਲੇ ਗਏ ਅਤੇ ਮੈਂ ਫਿਰ ਚਾਈਨਾ ਬੀਜਿੰਗ ਹੀ ਰਿਹਾ ਉੱਥੇ ਬਲਕਿ ਹਾਸਟਲ 'ਚ ਕਮਰਾ ਇੱਕ ਮਿਲ ਗਿਆ ਉੱਥੇ ਮੈਨੂੰ ਸਾਡੇ ਪਾਕਿਸਤਾਨੀ ਕਮਿਊਨਿਟੀ ਉੱਤੇ ਹੈਗੀ ਸੀ ਕੁਛ। ਅਤੇ ਬਹਰਹਾਲ ਉੱਥੇ ਇੱਕ ਵਾਕਿਆ ਹੋਇਆ ਬੜਾ ਅਜੀਬ ਜਿਹਾ। ਮੈਂ ਸ਼ਲਵਾਰ ਕਮੀਜ਼ ਪਾਈ ਸੀ ਔਰ ਚੂੰਕਿ ਉਹਦੇ 'ਚ ਹਰ ਕੰਟਰੀ ਨੇ ਆਪਣਾ ਆਪਣਾ ਕਲਚਰ ਸ਼ੋਅ ਕੀਤਾ ਹੁੰਦਾ ਅਤੇ ਹਵਾਂਗ ਹੁਆ ਇਹ ਉਹਨਾਂ ਦੇ ਫੋਰਨ ਮਿਨਿਸਟਰ ਸਨ। ਹਵਾਂਗ ਹੁਆ ਕਿਤੇ ਮੇਰੇ ਕੋਲ ਤਸਵੀਰਾਂ ਪਈਆਂ ਪੁਰਾਣੀਆਂ ਉਹਨਾਂ ਦੀਆਂ। ਸੋ ਹਵਾਂਗ ਹੁਆ ਨੂੰ ਉਹਨਾਂ ਨੇ ਮੇਰਾ ਇੰਟਰੋਡਿਊਸ ਕਰਾਇਆ ਚਾਈਨੀਜ਼ ਨੇ ਜਿਹੜੇ ਐਸਪਰਾਂਟੋ ਦੀ ਕਾਨਫਰੰਸ ਦੇ ਬੰਦੇ ਨਹੀਂ ਸੀ ਹੈਗੇ ਉਹ ਉੱਥੇ ਆਏ ਸੀ। ਉਹਨਾਂ ਨੇ ਮੇਰਾ ਇੰਟਰੋਡਕਸ਼ਨ ਕਰਾਇਆ ਉਹਨਾਂ ਦੇ ਨਾਲ ਸਲਾਮ ਦੁਆ ਹੋਈ
ਤੇ ਕਹਿੰਦਾ ਨਹੀਂ ਇੰਜ ਨਹੀਂ ਮਿਲਣਾ। ਉਹ ਮੈਨੂੰ ਇੱਥੇ ਤੱਕ ਉਹਨਾਂ ਦਾ ਇਹ ਵਾਕਿਆ, ਉਹਨਾਂ ਕਿਹਾ ਐਸਾ ਮਿਲਦੇ ਜੱਫਾ ਪਾ ਕੇ ਮਿਲਦੇ। ਸੋ ਉਹਨਾਂ ਨੇ ਹਵਾਂਗ ਹੁਆ ਜਿਹੜਾ ਫਾਰਮ ਮਿਨਿਸਟਰ ਸੀ ਚਾਈਨਾ ਦੇ, ਉਹਨਾਂ ਜੱਫਾ ਪਾ ਕੇ ਬੋਲੋ ਕਿ ਪਾਕਿਸਤਾਨ ਇੰਜ ਲੋਕ ਮਿਲਦੇ ਨੇ। ਸੋ ਇਹ ਮੈਨੂੰ ਵਾਕਿਆ ਅਜੇ ਤੱਕ ਜਿਹੜਾ ਉੱਥੇ ਦਾ ਨਹੀਂ ਭੁੱਲਦਾ ਹੈਗਾ। ਤਾਂ ਬਹਰਹਾਲ ਇਸ ਤਰ੍ਹਾਂ ਮੈਂ ਉੱਥੇ 22 ਦਿਨ ਜਿਹੜਾ ਮੇਰਾ ਐਕਸਪੋਜਰ ਹੈ ਚਾਈਨੀਜ਼ ਇੱਕ ਕੰਟਰੀ ਦੇ ਬਾਰੇ 'ਚ ਚਾਈਨਾ 'ਚ ਰਿਹਾ। ਔਰ ਚਾਈਨਾ ਦੇ ਬਾਰੇ ਕਾਫੀ ਖੈਰ ਹੁਣ ਤੇ ਬਾਅਦ 'ਚੋਂ ਦੁਬਾਰਾ ਵੀ ਗਿਆ ਇੱਕ ਦਫਾ ਚਾਈਨਾ, ਫਿਰ ਵੀ ਮੈਂ ਤੇ 22 ਦਿਨ ਮੈਂ ਚਾਈਨਾ ਬੀजिंग ਬਸ ਜ਼ਿਆਦਾਤਰ ਅੱਗੇ ਪਿੱਛੇ ਦੀਵਾਰੇ ਚੀਨ ਤੇ ਚਲਾ ਗਿਆ, ਇੱਧਰ ਚਲਾ ਗਿਆ। ਤਾਂ ਫਿਰ ਤੁਸੀਂ ਜ਼ਰਾ ਥੋੜ੍ਹੇ ਤੁਹਾਡੇ ਸਫ਼ਰ ਬਾਕੀ ਦੇ ਵੀ ਜ਼ਰਾ ਦੇਖ ਲਈ। ਜਾਪਾਨ ਤੁਸੀਂ ਕਦੋਂ? ਜਾਪਾਨ ਨਹੀਂ, ਮੈਂ ਕੋਰੀਆ ਗਿਆ ਰੀਸੈਂਟਲੀ। ਕੋਰੀਆ ਤੇ ਮੈਂ ਹੁਣ ਗਿਆ ਸੀ 2016 'ਚ ਗਿਆ ਸੀ। ਅੱਛਾ। ਉਹ ਕੋਰੀਆ ਦੀ ਜਿਹੜੀ ਐਸਪਰਾਂਟੋ ਆਰਗੇਨਾਈਜੇਸ਼ਨ ਹੈਗੀ ਆ ਐਸੋਸੀਏਸ਼ਨ, ਉਹ ਮੇਰੇ ਇੱਕ ਦੋਸਤ ਨੇ ਲੀ ਜੁੰਗ ਲੀ, ਉਹਨਾਂ ਮੈਨੂੰ ਫਿਰ ਇੱਥੋਂ ਇੰਚੀਓਨ ਕੋਰੀਆ ਤੋਂ ਲੈ ਕੇ ਤੇ ਪੂਰਾ ਕੋਰੀਆ ਮੇਰੇ ਲਈ ਫਿਰ ਉਹਨਾਂ ਨੇ ਲੈਕਚਰ ਅਰੇਂਜ ਕੀਤੇ ਸੀ, ਮੇਰੇ ਟਾਕਸ। ਅੱਛਾ। ਯਾਨੀ ਉੱਥੋਂ ਸਿਓਲ ਤੋਂ ਲੈ ਕੇ ਤੇ ਕੋਈ ਡੋਂਗੂ ਜਾਂ ਇਸਾਂ ਦੇ ਕੋਈ ਆਖਰ ਬੁਸਾਨ ਤੱਕ। ਬੁਸਾਨ ਜਿਹੜਾ ਮਹਿਲੇ ਬਾਰਡਰ ਦੇ ਨਾਲ ਹੈ ਜਾਪਾਨ ਦੇ ਨਾ ਬਾਰਡਰ, ਉਹਦੇ ਦੌਰਾਨ ਤੱਕ ਮੇਰੇ ਟਾਕਸ ਮੇਰੀਆਂ ਉਹਨਾਂ ਅਰੇਂਜ ਕੀਤੀਆਂ ਸੀ। ਬੁਸਾਨ ਤਾਂ ਤੁਸੀਂ ਦੇਖਿਆ ਹੋਗਾ, ਬਹੁਤ ਬੜਾ ਇੰਡਸਟਰੀਅਲ ਟਾਊਨ ਹੈ। ਹਾਂਜੀ, ਬਹੁਤ ਬੜਾ ਹੈ, ਸਾਰਾ ਕੁਝ ਉੱਥੇ ਹੀ ਹੈ। ਤੇ ਇਸ ਤਰ੍ਹਾਂ ਮੈਂ ਉੱਥੇ ਕੋਈ 1 ਮਹੀਨਾ ਮੈਂ ਫਿਰ ਪੂਰੇ ਕੋਰੀਆ 'ਚ ਮੈਂ ਜਗ੍ਹਾ ਉਹ ਐਸਪਰਾਂਟੋ ਦਾ ਲੇਡੀਜ਼ ਜੈਂਟਸ, ਲੇਡੀਜ਼ ਜ਼ਿਆਦਾ, ਔਰਤਾਂ ਜ਼ਿਆਦਾ ਸੀ, ਉਹ ਨਾਲ ਹੁੰਦੀਆਂ ਸੀ। ਸਾਹਮਣੇ ਅਗਰ ਕਲਾਸ ਬੈਠੀ ਹੈ ਕੋਈ ਬੱਚਿਆਂ ਦੀ, ਸਟੂਡੈਂਟਸ ਦੀ, ਤੇ ਉਹ ਫਿਰ ਟਰਾਂਸਲੇਸ਼ਨ ਕਰਦੇ ਸੀ ਆਪਣੀ ਕੋਰੀਅਨ ਜ਼ਬਾਨ। ਮੈਂ ਐਸਪਰਾਂਟੋ ਬੋਲਦਾ ਸੀ, ਐਸਪਰਾਂਟੋ ਦੀ ਬੀਬੀ ਜਿਹੜੀ ਤਰਜਮਾ ਕਰਕੇ। ਇਸ ਤਰ੍ਹਾਂ ਦੇ ਮੇਰੇ ਬਹੁਤ ਐਕਸਪੀਰੀਅੰਸ ਸੀ। ਸੋਲ ਵੀ ਜਾਣਾ ਹੋਇਆ? ਹਾਂਜੀ, ਸੋਲ ਵੀ ਜਾਣਾ ਹੋਇਆ? ਸਿਓਲ ਰਿਹਾ ਨਾ, ਸਿਓਲ ਉੱਥੇ ਇੱਕ ਮਸਜਿਦ ਹੈ ਪਹਾੜ ਦੇ ਉੱਪਰ, ਮੈਂ ਗਿਆ, ਬਿਲਕੁਲ ਗਿਆ ਉਸ ਮਸਜਿਦ ਦੇ ਵਿੱਚ, ਬਿਲਕੁਲ। ਤੁਰਕ ਮਦਰਸਾ ਜਿਹਾ ਹੈਗਾ ਨਾਲ ਉੱਥੇ, ਛੋਟਾ ਜਿਹਾ ਸੋਲਜਰ ਨੇ ਬਣਾਈ ਸੀ ਉਹ, ਜਦੋਂ ਕੋਰੀਅਨ ਵਾਰ ਹੋ ਰਹੀ ਸੀ ਤੇ ਤੁਰਕਾਂ ਦੇ ਵੀ ਸੋਲਜਰਸ ਉੱਥੇ ਗਏ ਸੀ, ਉਹਨਾਂ ਨੇ ਉਹ ਮਸਜਿਦ ਸਟਾਰਟ ਕੀਤੀ। ਬਿਲਕੁਲ। ਤੇ ਮੈਂ ਉਸ ਮਸਜਿਦ 'ਚ ਗਿਆ। ਯੂਰਪ ਕਿੱਥੇ ਸਫ਼ਰ ਕੀਤਾ ਜੀ? ਯੂਰਪ ਤੇ ਮੈਂ ਫਿਰ ਅਗਲੇ ਸਾਲ ਉਦੋਂ ਜਦੋਂ 86 'ਚ ਮੈਂ ਚਾਈਨਾ ਗਿਆ, ਤੇ 87 'ਚ ਫਿਰ ਮੈਂ ਜਿਹੜਾ ਨਾ ਚਲਾ ਗਿਆ ਬਾਈ ਰੋਡ, ਬਾਈ ਟ੍ਰੇਨ। ਕਾਨਫਰੰਸ ਹੋ ਰਹੀ ਸੀ 100 ਸਾਲਾ ਐਸਪਰਾਂਟੋ ਲੈਂਗੁਏਜ ਦੀ। ਸੋ ਉਹਦੇ 'ਚ ਉਹ ਪੋਲੈਂਡ 'ਚ ਹੋ ਰਹੀ ਸੀ, ਕਿਉਂਕਿ ਐਸਪਰਾਂਟੋ ਦਾ ਤਲਕ ਪੋਲੈਂਡ ਨਾਲ ਹੈ। ਇਹ ਉੱਥੇ ਦਾ ਇੱਕ ਕਸਬਾ ਸੀ ਬੈਲਸਟਾਕ, ਉੱਥੇ ਕੁਝ 4 ਜ਼ਬਾਨਾਂ ਲੋਕੀ ਬੋਲਦੇ ਸੀ, ਡਿਫਰੈਂਟ ਲੈਂਗੁਏਜਸ। ਉਹ ਫਿਰ ਇੱਕ ਜ਼ਾਮਨ ਹੂਫ ਜਿਹੜਾ ਇੱਕ ਬੰਦਾ ਹੈਗਾ ਜਿਹਨੇ ਜ਼ਬਾਨ ਬਣਾਈ ਸੀ, ਐਕੋਲਸ ਡਾਕਟਰ ਸੀ। ਤਾਂ ਉਹ ਜ਼ਾਮਨ ਹੂਫ ਨੇ ਨਾ ਇਸ ਨੂੰ ਕੀ ਕਹਿੰਦੇ ਨੇ ਐਸਪਰਾਂਟੋ ਓਰੀਜੀਨੇਟ ਕੀਤੀ। ਮੁਖਤਲਿਫ ਜ਼ਬਾਨਾਂ 'ਚ ਵੋਕੈਬਲਰੀ ਲੈ ਕੇ ਇਹਦੇ ਅਸੂਲ ਬੜੇ ਇਹਨਾਂ ਨੇ ਘਰੇ। ਕੁਝ ਅਸੂਲ ਦੇ ਟਰਕਿਸ਼ ਲੈਂਗੁਏਜ ਦੇ ਬਹੁਤ ਕਰੀਬ ਨੇ। ਕੋਈ ਟਰਕਿਸ਼ ਵਨ ਆਫ ਦਾ ਬੈਸਟ ਲੈਂਗੁਏਜਸ ਕਹਿ ਲਓ ਲਰਨਿੰਗ ਵਾਸਤੇ ਦੁਨੀਆ 'ਚ ਨਾ, ਐਨੀ ਹੋ। ਤੇ ਉਹਨਾਂ ਨੇ ਇੱਕ ਐਸੀ ਕਾਮਨ ਜ਼ਬਾਨ ਬਣਾਈ ਤਾਂ ਕਿ ਸਾਰੇ ਬੰਦੇ ਬੋਲ ਲੈਣ। ਹਰ ਬੰਦਾ ਆਪਣੀ ਆਪਣੀ ਜ਼ਬਾਨ ਬੋਲਦਾ ਸੀ। ਯਿਦਿਸ਼ ਆਪਣੀ ਲੋਕੀ ਬੋਲਦੇ ਸੀ, ਰੋਮੈਂਸ਼ ਆਪਣੀ ਬੋਲਦੇ ਸੀ, ਪੋਲਿਸ਼ ਆਪਣੀ ਬੋਲਦੇ ਸੀ ਲੋਕੀ, ਤਾਂ ਉਹ ਇੱਕ ਰਸ਼ੀਅਨ ਆਪਣੀ ਬੋਲਦੇ ਸੀ। ਸੋ ਇਸ ਤਰ੍ਹਾਂ 4 ਹਿੱਸਿਆਂ 'ਚ ਵੰਡਿਆ ਸੀ ਬੈਲਸਟਾਕ ਕਸਬਾ। ਉਹਨਾਂ ਨੇ ਕਿਹਾ ਯਾਰ ਇੱਕ ਐਸੀ ਜ਼ਬਾਨ ਕਾਮਨ ਚਾਹੀਦੀ ਜਿਹੜੀ ਸਾਰੇ ਬੋਲਣ। ਸੋ ਹੀ ਵਾਜ਼ ਦਾ ਮੈਨ, ਡਾਕਟਰ ਲੁਡਵਿਗ ਲਾਜ਼ਾਰ ਜ਼ਾਮਨਹੋਫ। ਜ਼ਾਮਨਹੋਫ ਦਾ ਮਤਲਬ ਹੈ ਦਾ ਮੈਨ ਹੂ ਡਿਜ਼ਾਇਰਸ। ਹੀ ਵਾਜ਼ ਜਰਮਨ? ਐਸਪਰਾਂਤੋ। ਜਰਮਨ ਸੀ ਬੰਦਾ? ਨਹੀਂ, ਜਰਮਨ ਸੀ, ਯਿਦਿਸ਼ ਬੋਲਣ ਵਾਲੇ ਸੀ ਸ਼ਾਇਦ, ਜੂ ਸੀ, ਜੂ ਹੈਗਾ ਸੀ। ਤੇ ਜਰਮਨ ਨਹੀਂ ਸੀ, ਜੂ ਸੀ। ਤੇ ਉਹਨਾਂ ਨੇ ਫਿਰ ਇਹ ਜ਼ਬਾਨ ਓਰੀਜੀਨੇਟ ਕੀਤੀ ਉੱਥੇ ਬੈਠ ਕੇ। ਜ਼ਬਰਦਸਤ। ਤੇ ਉਹ ਮੈਂ ਕਾਨਫਰੰਸ ਵਿੱਚ ਗਿਆ ਸੀ। ਉਹ ਮੇਰਾ ਟਰੈਵਲ ਜਿਹੜਾ ਨਾ ਬਾਈ ਰੋਡ ਹੈਗਾ, ਇੱਥੋਂ ਮੈਂ ਈਰਾਨ ਚਲਾ ਗਿਆ। ਈਰਾਨ ਮੈਂ 22 ਦਿਨ ਠਹਿਰਿਆ ਸੀ ਯੂਨੀਵਰਸਿਟੀ ਵਿੱਚ। ਮੈਂ ਪਹਿਲਾਂ ਹੀ ਚਲਾ ਗਿਆ ਸੀ ਇੱਥੋਂ, ਕਿਉਂਕਿ ਕਾਨਫਰੰਸ ਹੈਗੀ ਸੀ ਜੁਲਾਈ ਦੇ ਆਖਰ 'ਚ। ਤੇ ਮੈਂ ਜੋ ਛੁੱਟੀਆਂ ਇੱਥੋਂ ਹੋਈਆਂ ਕਾਲਜ ਵਿੱਚ, ਮੇਰਾ ਕਾਲਜ ਜੁਆਇਨ ਕਰਨ ਦਾ ਮਕਸਦ ਵੀ ਇਹੀ ਸੀ ਕਿ ਮੈਂ ਛੁੱਟੀਆਂ ਜਿਹੜੀਆਂ ਆਈ ਵਿਲ ਟਰੈਵਲ। ਅੱਛਾ। ਬੇਸਿਕਲੀ ਇਹਦਾ ਪਰਪਸ ਇਹੀ ਸੀ। ਅੱਛਾ। ਆਈ ਕੁਡ ਗੈਟ ਸਮ ਅਦਰ ਜੌਬ, ਮਿਲ ਸਕਦੀ ਸੀ ਛੋਟੇ ਮੋਟੇ ਨੌਕਰੀਆਂ। ਉਦੋਂ ਸਾਨੂੰ BCom ਵਾਲਿਆਂ ਨੂੰ ਨੌਕਰੀ ਮਿਲ ਜਾਂਦੀ ਸੀ ਉਸ ਦੌਰ 'ਚ ਨਾ। ਤੇ ਬਹਰਹਾਲ ਮੈਂ ਕਾਲਜ ਜੁਆਇਨ ਵੀ ਕੀਤਾ ਕਿ ਛੁੱਟੀਆਂ ਬਹੁਤ ਹੋਣਗੀਆਂ, ਮੈਂ ਬਾਹਰ ਦੇ ਮੁਲਕਾਂ ਫਿਰਾਂਗਾ। ਤੇ ਐਨੀ ਹਾਓ ਇੱਥੋਂ ਈਰਾਨ ਗਿਆ, ਉੱਥੇ 22 ਦਿਨ ਠਹਿਰਿਆ। ਡਾਕਟਰ ਜ਼ਾਮਨਹੋਫ ਮੇਰੇ ਹੋਸਟ ਸਨ, ਇਹਨਾਂ ਡਾਕਟਰ ਸਾਰੀ। ਡਾਕਟਰ ਸਾਹਿਬ ਜ਼ਮਾਨੀ ਇਹ ਬੜੇ ਮਸ਼ਹੂਰ ਉੱਥੇ ਦੇ ਰਾਈਟਰ ਨੇ, ਅੱਜ ਵੀ ਹਯਾਤ ਨੇ, ਕਾਫੀ ਜ਼ਈਫ ਨੇ ਇਸ ਟਾਈਮ। ਤੇ ਉੱਥੋਂ ਇੱਕ ਬੀਬੀ ਆਈ, ਕੱਲ੍ਹ ਮੁਲਾਕਾਤ ਹੋਈ ਡਾਕਟਰ ਮੋਮਨਾ ਯੂਨੀਵਰਸਿਟੀ ਤੋਂ। ਉਹਨਾਂ ਦੱਸਿਆ ਕਿ ਹਯਾਤ ਨੇ, ਕਾਫੀ ਜ਼ਈਫ ਨੇ। ਉਹਨਾਂ ਦਾ ਮੈਂ ਹੈਗਾ ਸੀ ਹੋਸਟ। ਸੋ 22 ਦਿਨ ਮੈਨੂੰ ਪੂਰੇ ਈਰਾਨ ਦੇ ਵਿੱਚ ਮੈਨੂੰ ਜਿਹੜਾ ਨਾ ਫਿਰ ਉਹਨਾਂ ਨੇ, ਉਹਨਾਂ ਦੇ ਸਟੂਡੈਂਟਸ ਬਹੁਤ ਸਨ, ਸ਼ਾਗਿਰਦ ਉਹਨਾਂ ਦੇ। ਤੇ ਯੂਨੀਵਰਸਿਟੀ ਵਿੱਚ ਵੀ ਮੈਨੂੰ ਬਹੁਤ ਜਾਣ ਦਾ ਇਤਫਾਕ ਹੋਇਆ। ਫਿਲਾਸਫੀ ਡਿਪਾਰਟਮੈਂਟ ਦੇ ਹੈਡ ਸਨ ਉਹ। ਤੇ ਬੈਰੂਦ ਅਤਾਈ ਇਸਫਹਾਨ ਵਗੈਰਾ ਵੀ ਗਏ ਹੋਣਗੇ? ਨਹੀਂ, ਮੈਂ ਤਹਿਰਾਨ ਦੀ ਮੈਂ ਗੱਲ ਕਰ ਰਿਹਾ ਲਾਗੇ ਚੱਕੇ ਇੱਥੇ, ਕਿਉਂਕਿ ਉਹਨਾਂ ਦੇ ਇੰਨੇ ਸ਼ਾਗਿਰਦ ਸੀ, ਕਦੀ ਕੋਈ ਸੁਬਾਹ ਦੁਪਹਿਰ ਸ਼ਾਮ ਉਹਨਾਂ ਨੇ ਖੁਸ਼ੀ ਹੁੰਦੀ ਸੀ ਉਹਨਾਂ ਨੂੰ। ਉਹ ਕੋਈ ਅਜੀਬ ਜਿਹਾ ਰਿਲੇਸ਼ਨਸ਼ਿਪ ਸੀ ਐਸਪਰਾਂਟੋ ਬੋਲਣ ਨਾਲ, ਕਿ ਦੇ ਫੀਲ ਲਾਈਕ ਅ ਫੈਮਿਲੀ ਮੈਂਬਰ ਆ ਗਿਆ ਸਾਡਾ। ਹਾਂ।
ਇਟ ਵਾਸ ਮਤਲਬ ਇੱਕ ਲੈਂਗੁਏਜ ਐਸਾ ਇੱਕ ਹੈਗਾ ਸੀ। ਇਹ ਇੱਕ ਬੜੀ ਸਾਡੇ ਵਾਸਤੇ ਨਵੀਂ ਚੀਜ਼ ਹੈ ਹਾਂਜੀ। ਕਿ ਤੁਸੀਂ ਜਿਹੜੀ ਇਹ ਸਾਡੀ ਨਸ਼ਿਸਤ ਹੈ ਇਹਦੇ 'ਚ ਐਸਪਰਾਂਟੋ ਲੈਂਗੁਏਜ ਦੀ ਜਿਹੜੀ ਇੰਪੋਰਟੈਂਸ ਹੈ ਔਰ ਸਾਰਾ ਇਹ ਸਾਡੇ ਸਾਰੇ ਵਾਸਤੇ ਕਾਫੀ ਐਨਲਾਈਟਿੰਗ ਹੈ, ਕਦੇ ਇਹ ਸਾਡੀ ਤਵੱਜੋ ਚਾਹੀ ਨਹੀਂ ਚੀਜ਼ ਹੁਣ ਤੱਕ। ਇਹ ਮੈਨੂੰ ਅਫਸੋਸ ਹੈ ਕਿ ਮੈਨੂੰ ਸ਼ਾਇਦ ਸੈਨ ਸੈਯਦ ਸਾਹਿਬ ਨੇ ਕਿਹਾ ਕਿ ਯਾਰ ਤੂੰ ਪੰਜਾਬੀ ਵਾਲੇ ਪਾਸੇ ਕਿੱਧਰ ਆ ਗਿਆ, ਐਸਪਰਾਂਟੋ ਜਾਂ ਦੁਨੀਆ ਪੂਰੀ ਫਿਰਦਾ ਰਹੇਗਾ ਵਾਰਾ। ਇੱਕ ਲਿਹਾਜ਼ ਨਾਲ ਦੇਖਿਆ ਜਾਵੇ ਤੇ ਐਸਪਰਾਂਟੋ ਦਾ ਪਾਕਿਸਤਾਨ ਦੇ ਨਾਲ ਜਿਹੜਾ ਤਲਕ ਹੈ ਪੂਰੀ ਦੁਨੀਆ ਵਿੱਚ, ਇਹ ਇੱਕ ਬੜਾ ਅੱਛਾ ਇੱਕ ਜ਼ਰੀਆ ਸੀ। ਅਸੀਂ ਆਪਣੀ ਗੱਲਾਂ, ਮੇਰੀ ਕਿਤਾਬ ਵੀ ਹੈ ਐਸਪਰਾਂਟੋ ਵਿੱਚ, ਇੱਥੇ ਵੀ ਪਈ ਹੋਣੀ ਹੈ, ਉਹ ਮੈਂ 7 ਬਾਬਿਆਂ ਦੇ ਬਾਰੇ ਲਿਖੀ ਸੀ। ਉਹ ਆਪਣੀ ਕਿਤਾਬ ਸੀ ਐਵਲੀ, ਇਹ ਮੈਂ ਉਦੋਂ ਲਿਖੀ ਸੀ, ਪੰਜਾਬਾ ਸੂਫੀਆ ਸਾਜੋ। ਅੱਛਾ। ਇਹ 7 ਬਾਬਿਆਂ ਦੇ ਪੰਜਾਬੀ ਸੂਫੀ ਵਿਜ਼ਡਮ। ਅੱਛਾ। ਇਹਦੇ 'ਚ ਮੈਂ ਬਾਬਾ ਫਰੀਦ ਜੀ ਸ਼ਕਰਗੰਜ ਤੋਂ ਉਹਨਾਂ ਦੇ ਐਸਪਰਾਂਤੋ 'ਚ ਸਾਰੀ ਕਿਤਾਬ ਸੋ ਵਟ ਬਾਬਾ ਫਰੀਦ ਸੇ, ਉਹਨਾਂ ਦੇ ਬਾਰੇ, ਫਿਰ ਨਾਨਕ ਦੇ ਬਾਰੇ 'ਚ, ਫਿਰ ਸ਼ਾਹ ਹੁਸੈਨ, ਫਿਰ ਵਾਰਿਸ ਸ਼ਾਹ, ਬੁੱਲੇ ਸ਼ਾਹ, ਖਾਜਾ ਗੁਲਾਮ ਫਰੀਦ, ਮੀਆਂ ਸਾਹਿਬ, ਇਹ ਕਿਤਾਬ ਮੈਂ ਉਦੋਂ ਜਿਹੜੀ ਸੀ ਨਾ ਲਿਖੀ। ਸੋ ਅਗਰ ਤੁਹਾਡੇ 'ਚੋਂ ਕੋਈ ਐਸਪਰਾਂਟੋ ਦੀ ਦਿਲਚਸਪੀ ਰੱਖਦਾ ਹੋਵੇ ਇਹ ਫ੍ਰੀ ਕਿਤਾਬ ਮੌਜੂਦ ਹੈ। ਅਵੇਲੇਬਲ।